कबीर जी। अस्थावर जंगम कीट पतंगा, अनेक जन्म किए बहुरंगा। ऐसे घर हम बहुत बसाए, जब हम राम गर्भ होए आए। रहाओ जोगी जति तपी ब्रह्मचारी, कब हूँ राजा छत्रपत कब हूँ पेखारी। साखत मरै संत सब जीवें, राम रसायन रसना पीवें। कहो कबीर प्रभ कृपा कीजै, हार परे अब पूरा दीजै। वाहिगुरु जी का खालसा, वाहिगुरु जी की फतेह। भगत जਨਾਂ ने परमेश्वर नाल डायरैक्ट सीधियां गल्लां कीतियां ਹਨ ਔਰ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਮਾਰਗ ਦਰਸ਼ਨ ਕੀਤਾ ਹੈ, ਜਾਚ ਸਿਖਾਈ ਹੈ। ਪਰ ਇਹ ਜਾਚ ਤਾਂ ਹੀ ਸਮਝ ਆ ਸਕਦੀ ਹੈ ਜੇ ਅਸੀਂ ਪਹਿਲਾਂ ਬਾਣੀ ਦਾ ਪਾਠ ਕਰਨ ਸਮੇਂ ਬੜੇ ਸਹਿਜ ਨਾਲ ਸਹੀ ਵਿਸਰਾਮ ਦੇ ਕੇ ਉਚਾਰਨ ਕਰੀਏ। ਕੋਈ ਸਮਾਂ ਸੀ ਕਿ ਲੋਕ ਵਿਦਿਆਲਿਆਂ ਵਿੱਚ ਰਹਿ ਕੇ, ਆਸ਼ਰਮਾਂ ਵਿੱਚ ਰਹਿ ਕੇ, ਉਸਤਾਦਾਂ ਕੋਲ ਰਹਿ ਕੇ ਇੱਕ ਇੱਕ ਅੱਖਰ ਸਿੱਖਿਆ ਕਰਦੇ ਸਨ। ਦਾਸ ਨੂੰ ਆਪਣਾ ਬਚਪਨਾ ਯਾਦ ਹੈ। ਪਹਿਲੇ 5 ਗ੍ਰੰਥੀ ਦੀ ਸੰਥਾ ਮਿਲੀ, ਫਿਰ 22 ਵਾਰਾਂ ਦੀ ਮਿਲੀ, ਫਿਰ ਭਗਤ ਬਾਣੀ ਪੜ੍ਹੀ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੇ। ਪਰ ਅੱਜ ਜਿਹਨੂੰ ਥੋੜ੍ਹੀ ਜਿਹੀ ਗੁਰਮੁਖੀ ਆਉਂਦੀ ਹੈ ਉਹ ਪਾਠੀ ਬਣ ਜਾਂਦਾ। ਨਿਰਾ ਪਾਠੀ ਨਹੀਂ ਬਣਦਾ, ਕੁਝ ਹੋਰ ਵੀ ਆਪਣੇ ਆਪ ਨੂੰ ਅਖਵਾਉਣ ਲੱਗ ਪੈਂਦਾ। ਨਤੀਜੇ ਵਜੋਂ ਉਹ ਬਾਣੀ ਦੀ ਗਹਿਰਾਈ ਵਿੱਚ ਜਾਣ ਤੋਂ ਵੀ ਅਸਮਰਥ। ਪਰ ਜਦੋਂ ਅਸੀਂ ਬਾਣੀ ਨੂੰ ਸ਼ਰਧਾ ਪੂਰਵਕ ਇਸ ਭਾਵਨਾ ਨਾਲ ਸਮਝ ਕੇ ਪਾਠ ਕਰਦੇ ਹਾਂ ਕਿ ਬਾਣੀ ਗੁਰੂ ਹੈ ਤੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰ, ਕਈ ਗਲਤੀਆਂ ਮੇਰੀਆਂ ਹੁਣ ਸਮਝ ਕੇ ਵਿਚਾਰ ਕਰਨ ਨਾਲ ਠੀਕ ਹੋ ਰਹੀਆਂ। ਇੱਥੇ ਉਮਰਾਂ ਦਾ ਵੀ ਕੋਈ ਤਜਰਬਾ ਨਹੀਂ, ਕੋਈ ਹੰਕਾਰ, ਕਿਉਂਕਿ ਜਦੋਂ ਤੀਕਰ ਸਾਨੂੰ ਬਾਣੀ ਦੇ ਵਿਸਰਾਮ ਦਾ ਪਤਾ ਹੀ ਨਹੀਂ ਸੀ, ਜਦੋਂ ਬਾਣੀ ਦੀਆਂ ਲਗਾ ਮਾਤਰਾਂ ਦੀ ਸਾਨੂੰ ਸੋਝੀ ਨਹੀਂ ਸੀ, ਪਾਠ ਉਦੋਂ ਵੀ ਕਰਦੇ ਸੀ। ਪਾਠ ਸੁਰੀਲਾ ਹੋਣਾ ਹੋਰ ਗੱਲ, ਪਾਠ ਵਿੱਚ ਮਿਠਾਸ ਹੋਣੀ ਹੋਰ ਗੱਲ। ਪਰ ਜੇ ਬਾਣੀ ਦਾ ਰਸ ਲੈਣਾ ਤੇ ਬਾਣੀ ਨੂੰ ਸਮਝਣਾ ਪਵੇ। ਤੋ ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਪਰਮਾਤਮਾ ਨਾਲ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਤੇ ਸਾਨੂੰ ਜਾਚ ਸਿਖਾਈ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਹਨ, ਐਸੇ ਘਰ ਹਮ ਬਹੁਤ ਬਸਾਏ। ਐਸੇ ਘਰ, ਇਹੋ ਜਿਹੇ ਸਰੀਰ ਅਸੀਂ ਕਈ ਧਾਰਨ ਕੀਤੇ ਨੇ, ਭਾਵ ਕਈ ਜੂਨੀਆਂ ਵਿੱਚ ਅਸੀਂ ਭਟਕੇ ਹਾਂ। ਜਿਸ ਵੀ ਜੂਨੀ ਵਿੱਚ ਗਏ ਉਹ ਘਰ ਅਸੀਂ ਆਬਾਦ ਕੀਤਾ। ਜਬ ਹਮ ਰਾਮ ਗਰਭ ਹੋਏ ਆਏ। ਹੁਣ ਇੱਥੇ ਰਾਮ ਸੰਬੋਧਨ ਹੈ। ਮੈਂ ਅੱਜ ਤੱਕ ਰਾਮ ਗਰਭ ਪੜ੍ਹਦਾ ਰਿਹਾ, ਸੋਚਦਾ ਰਿਹਾ ਕਿ ਰਾਮ ਦਾ ਗਰਭ ਵੀ ਹੁੰਦਾ। ਨਹੀਂ,
ਇੱਥੇ ਰਾਮ ਸੰਬੋਧਨ ਹੈ। हे ਰਾਮ ਜਬ ਹਮ ਗਰਭ ਹੋਇਆ ਹੈ। ਹੁਣ ਜਦੋਂ ਜਦੋਂ ਜਿਸ ਜੂਨੀ ਵਿੱਚ ਪਏ ਤੇ ਜਿਸ ਮਾਤਾ ਤੋਂ ਅਸੀਂ ਜਨਮ ਲਿਆ ਉਹਦੇ ਗਰਭ ਵਿੱਚ ਤੇ ਪਏ। हे ਰਾਮ ਅਸੀਂ ਬਹੁਤ ਗਰਭ ਭਾਵ ਕਈ ਜੂਨੀਆਂ ਵਿੱਚ ਅਸੀਂ ਹੋ ਕੇ ਆਏ। ਐਸੇ ਘਰ ਹਮ ਬਹੁਤ ਵਸਾਏ। ਜਦੋਂ ਇੱਕ ਤੋਂ ਵੱਧ ਹੋ ਜਾਏ ਤੇ ਫਿਰ ਬਹੁਤ ਹੋ ਜਾਂਦਾ। ਤੇ ਇੱਥੇ ਤੇ 84 ਲੱਖ ਜੂਨ ਹੈ। ਹਰ ਜੂਨੀ ਵਿੱਚ ਜਨਮ ਲੈਣ ਤੋਂ ਪਹਿਲਾਂ ਕੁਝ ਸਮਾਂ ਮਾਤਾ ਦੇ ਘਰ ਵਿੱਚ ਪਏ। हे ਰਾਮ ਜਦੋਂ ਅਸੀਂ ਕਈ ਗਰਭਾਂ ਵਿੱਚ ਹੋ ਕੇ ਕਈ ਜੂਨੀਆਂ ਵਿੱਚ ਹੋ ਕੇ ਆਏ। ਹੁਣ ਥੋੜ੍ਹਾ ਇਸ਼ਾਰਾ ਕਰਦੇ ਨੇ ਜੂਨੀਆਂ ਕਿਹੜੀਆਂ ਨੇ। ਅਸਥਾਵਰ ਜੰਗਮ ਕੀਟ ਪਤੰਗਾ। ਅਸਥਾਵਰ ਦਾ ਮਤਲਬ ਹੈ ਜਿਹੜੀ ਇੱਕ ਜਗ੍ਹਾ ਟਿਕੀ ਹੋਈ ਹੋਵੇ, ਜਿਵੇਂ ਪਹਾੜ ਹਨ, ਪੱਥਰ ਹਨ ਵਗੈਰਾ ਵਗੈਰਾ, ਬ੍ਰਿਛ ਹਨ। ਇਹ ਅਸਥਾਵਰ ਵਿੱਚ ਆਉਂਦੇ ਹਨ। ਜੰਗਮ ਉਹ ਹਨ ਜਿਨ੍ਹਾਂ ਦੀਆਂ ਦੋ ਲੱਤਾਂ ਹਨ ਜਾਂ ਜਿਹੜੇ ਤੁਰਦੇ ਫਿਰਦੇ ਹਨ। ਔਰ ਤੀਜੀ ਹੈ ਕੀਟ ਪਤੰਗਾ, ਉਹ ਕੀੜੇ ਜਿਨ੍ਹਾਂ ਦੇ ਖੰਭ ਹੁੰਦੇ ਨੇ। ਹੁਣ ਅਸੀਂ ਉਹਦੀਆਂ ਅਗਲੀਆਂ ਕੈਟੇਗਰੀਆਂ ਨਹੀਂ ਗਿਣ ਰਹੇ, ਇਹ ਤਾਂ ਇੱਕ ਇਸ਼ਾਰਾ। ਜਿਵੇਂ ਪਾਤਸ਼ਾਹ ਨੇ ਫਰਮਾਇਆ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਉਹਨਾਂ ਜੂਨੀਆਂ ਦਾ ਇੱਕ ਨਕਸ਼ਾ ਆ ਗਿਆ। ਹੁਣ ਇਹਦੇ 'ਚ ਕੈਟਾਗਰੀਆਂ ਅਸੀਂ ਗਿਣਦੇ ਰਹੀਏ ਤੇ ਗਿਣੀਆਂ ਨਹੀਂ ਜਾ ਸਕਦੀਆਂ। ਕੀੜਿਆਂ ਦੀਆਂ ਕਿੰਨੀਆਂ ਜੂਨੀਆਂ ਹਨ, ਪੰਛੀਆਂ ਦੀਆਂ ਕਿੰਨੀਆਂ ਜੂਨੀਆਂ ਹਨ, ਅਸਥਾਵਰ ਕਿੰਨੀਆਂ ਜੂਨੀਆਂ ਹਨ, ਗਿਣੇ ਨਹੀਂ ਜਾ ਸਕਦੀਆਂ। ਕੁਝ ਗੱਲਾਂ ਇਸ਼ਾਰਤਨ ਸਮਝਾਈਆਂ ਜਾਂਦੀਆਂ। ਇਹ ਤਿੰਨ ਗੱਲਾਂ ਕਹਿ ਕੇ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁਰੰਗਾ। ਅਨਕ ਜਨਮ ਕਈ ਜਨਮਾਂ ਜੂਨੀਆਂ ਵਿੱਚ, ਕੀਏ ਬਹੁਰੰਗਾ ਜਿਹੜੀ ਜਿਹੜੀ ਜੂਨ ਵਿੱਚ ਜੀਵ ਜਾਂਦਾ ਹੈ ਉੱਥੇ ਤਰ੍ਹਾਂ ਤਰ੍ਹਾਂ ਦੇ ਰੰਗ ਭੋਗਦਾ। ਜੇ ਕੀੜਿਆਂ ਮਕੌੜਿਆਂ ਦੀ ਜੂਨੀ ਤੇ ਉਹ ਭੋਗੇਗਾ, ਜੇ ਮਨੁੱਖਾਂ ਦੀ ਜੀਵਾਂ ਦੀ ਚੌਪਾਇਆਂ ਦੀ ਉਹ ਭੋਗੇ, ਜੇ ਪਹਾੜਾਂ ਪੱਥਰਾਂ ਦੀ ਉਹ ਭੋਗੇ। ਹੁਣ ਇਹਨਾਂ ਦੀ ਵਿਆਖਿਆ ਤੇ ਅਸੀਂ ਕਰਨ ਲੱਗੀਏ ਤੇ ਬਹੁਤ ਲੰਬੀ ਚੌੜੀ, ਕਿਉਂਕਿ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਤੇ ਇਸ਼ਾਰਾ ਕੀਤਾ 84 ਲੱਖ ਭ੍ਰਮਤਿਆਂ ਦੁਰਲਭ ਜਨਮ ਪਾਇਓ ਏ। ਹੁਣ ਕਈ ਹੁਜਤਬਾਜ਼ ਜਿਹੜੇ ਨੇ, ਕਿਉਂ ਜੀ 84 ਲੱਖ ਤੁਸੀਂ ਦੇਖੀਆਂ, ਭਾਈ ਅਸੀਂ ਨਹੀਂ ਦੇਖ ਸਕਦੇ। ਹਾਂ ਅਸੀਂ ਗੁਰੂ ਦੀ ਗੱਲ, ਮਹਾਂਪੁਰਖਾਂ ਦੀ ਗੱਲ ਸੱਤ ਕਰਕੇ ਮੰਨ ਸਕਦੇ। ਅਸੀਂ ਦੇਖਣ ਦੀ ਹਟ ਕਿਉਂ ਕਰੀਏ, ਕਿਉਂ ਜਿੱਦ ਕਰੀਏ? ਅਸੀਂ ਦੇਖ ਹੀ ਨਹੀਂ ਸਕਦੇ। ਕਿਉਂ? 42 ਲੱਖ ਜੀ ਜਲ ਮੈਂ ਹੋਤੇ। ਜੇ 84 ਲੱਖ ਜੂਨਾਂ ਵਿੱਚੋਂ ਦੋ ਹਿੱਸਿਆਂ ਵਿੱਚ ਵੰਡ ਦਈਏ ਤੇ 42 ਲੱਖ ਪਾਣੀ ਵਿੱਚ। ਪਾਣੀ ਵਿੱਚ ਕੌਣ ਗਿਣੇਗਾ? ਪਾਣੀ 'ਚ ਕੌਣ ਦੇਖੇਗਾ? ਅੱਜ ਇਹਨੂੰ ਲੋਕ ਸੀ ਫੂਡ ਕਹਿ ਕੇ ਖਾ ਰਹੇ ਨੇ, ਕੌਣ ਗਿਣਤੀ ਕਰ ਸਕਦਾ? ਮੈਨੂੰ ਇੱਕ ਘਟਨਾ ਯਾਦ ਹੈ। ਮੈਂ ਇੱਕ ਦਫਾ ਬੰਬੇ ਗਿਆ ਤੇ ਬੰਬੇ ਵਾਲਿਆਂ ਨੂੰ ਸ਼ੌਂਕ ਹੁੰਦਾ ਵੀ ਸਾਡੇ ਕੋਲ ਕੋਈ ਪਹਿਲੀ ਵਾਰੀ ਆਇਆ, ਇਹਨੂੰ ਸੈਰ ਕਰਾਓ। ਉਹ ਮੈਨੂੰ ਸੈਰ ਕਰਾਉਣ ਲਈ ਸਮੁੰਦਰ ਦੇ ਕਿਨਾਰੇ ਲੈ ਗਏ। ਸਮੁੰਦਰ ਦੇ ਕਿਨਾਰੇ ਇੱਕ ਮਛਲੀ ਘਰ ਬਣਿਆ ਸੀ, ਬਹੁਤ ਲੰਬੀ ਚੌੜੀ ਇਮਾਰਤ ਸੀ।
ਉਹਨੂੰ ਦੇਖਦਿਆਂ ਦੇਖਦਿਆਂ 2, 2.5, 3 ਘੰਟੇ ਲੱਗ ਜਾਂਦੇ ਸੀ। ਹੁਣ ਹੈ ਤੇ ਮੱਛਲੀ ਘਰ ਸੀ, ਸਪਸ਼ਟ ਸੀ ਕਿ ਉਹਦੇ 'ਚ ਮੱਛੀਆਂ ਹਨ, ਪਰ ਮੱਛੀਆਂ ਕਿੰਨੀ ਤਰ੍ਹਾਂ ਦੀਆਂ ਹਨ, ਉਹਨਾਂ ਦੀਆਂ ਕਿੰਨੀਆਂ ਕਿਸਮਾਂ ਹਨ, ਉਹਨਾਂ ਦੇ ਕਿੰਨੇ ਆਕਾਰ ਹਨ, ਉਹਨਾਂ ਦੇ ਕਿਤਨੇ ਰੰਗ ਹਨ, ਕੌਣ ਗਿਣੇ। ਬਾਬਾ ਨਾਨਕ ਜੀ ਨੇ ਕਿਹਾ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨਹੁ ਪਾਈ। ਉਹਦੀ ਰਚਨਾ ਬੇਅੰਤ ਹੈ, ਵੱਖ ਵੱਖ ਰੰਗਾਂ ਵਿੱਚ ਹੈ, ਵੱਖ ਵੱਖ ਜਿਨਸਾਂ ਵਿੱਚ ਹੈ, ਵੱਖ ਵੱਖ ਕਿਸਮਾਂ ਵਿੱਚ ਹੈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਮਤਲਬ ਕਹਿਣ ਤੋਂ ਕਿ ਇੱਕ ਇੱਕ ਜੂਨੀ ਦੇ ਅੰਦਰ ਕਿੰਨੇ ਕਿੰਨੀਆਂ ਕਿਸਮਾਂ। ਤਾਂ ਗੁਰੂ ਮਹਾਰਾਜ ਨੇ ਇਹਦੀ ਪੁਸ਼ਟੀ ਕੀਤੀ। ਅੱਜ ਲੋਕ ਵਾਲ ਦੀ ਖੱਲ ਲਾਉਣ ਲੱਗ ਪਏ ਨੇ, ਹੁਜਤਬਾਜ਼ੀ ਕਰਨ ਲੱਗ ਪਏ ਨੇ। ਕਿਉਂ ਜੀ, ਤੁਸੀਂ 84 ਲੱਖ ਜੂਨੀ ਦੇਖੀ ਹੈ, ਤੁਸੀਂ ਗਿਣੀ ਹੈ? ਨਹੀਂ ਭਾਈ, ਸਾਨੂੰ ਤੇ ਗੁਰੂ ਨੇ ਸਮਝਾਇਆ ਕਿ ਕਰਤੇ ਕੀ ਮਿਤ ਕਰਤਾ ਜਾਣ, ਕਹਿ ਜਾਣੇ ਗੁਰ ਸੂਰਾ। ਜਾਂ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣ, ਅਸੀਂ ਜਾਣ ਹੀ ਨਹੀਂ ਸਕਦੇ। ਇਸ ਲਈ ਅਸੀਂ ਗੱਲ ਨੂੰ ਸਮਝਣ ਦਾ ਯਤਨ ਕਰੀਏ। ਭਗਤ ਜੀ ਨੇ ਆਖਿਆ, ਹੇ ਪ੍ਰਭੂ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਅਨੇਕਾਂ ਜਨਮ, ਤੇ ਹਰ ਜਨਮ ਦੀ ਵੱਖਰੀ ਵੱਖਰੀ ਕਿਸਮ, ਵੱਖਰੇ ਵੱਖਰੇ ਰੰਗ ਤਮਾਸ਼ੇ ਡਿਊਟੀਆਂ। ਐਸੇ ਘਰ ਹਮ ਬਹੁਤ ਵਸਾਏ। ਇਹੋ ਜਿਹੀਆਂ ਅਨੇਕਾਂ ਜੂਨੀਆਂ ਵਿੱਚ ਅਸੀਂ ਭਟਕ ਭਟਕ ਕੇ ਆਏ ਹਾਂ। ਜਬ ਹਮ ਰਾਮ ਗਰਭ ਹੋਏ ਆਏ। ਹੇ ਰਾਮ ਜੀ, ਜਦੋਂ ਅਸੀਂ ਕਈ ਜੂਨੀਆਂ ਵਿੱਚੋਂ ਹੋ ਕੇ ਆਏ, ਰਹਾਓ ਜੋਗੀ ਜਤੀ ਤਪੀ ਬ੍ਰਹਮਚਾਰੀ। ਹੁਣ ਅਗਲੀਆਂ ਵਿਆਖਿਆ ਹਨ। ਜਿਨ੍ਹਾਂ ਨੇ ਯੋਗ ਹਾਸਲ ਕੀਤਾ, ਗਿਆਨ ਹਾਸਲ ਕੀਤਾ, ਉਹ ਜੋਗੀ ਕਹਾ ਹੈ। ਜਿਨ੍ਹਾਂ ਨੇ ਜਤ ਧਾਰਨ ਕੀਤਾ, ਲੰਗੋਟੇ ਬੰਨ ਲਏ, ਸ਼ਾਦੀ ਨਹੀਂ ਕਰਾਈ, ਉਹ ਜਤੀ ਕਹਾ ਹੈ। ਜਿਨ੍ਹਾਂ ਨੇ ਧੂਣੀਆਂ ਤਾਪੇ, ਜਲ ਧਾਰੇ ਕੀਤੇ, ਪੁੱਠੇ ਲਟਕੇ, ਉਹ ਤਪੀ ਕਹਾ ਹੈ। ਤੇ ਬ੍ਰਹਮਚਾਰੀ ਜਿਨ੍ਹਾਂ ਨੇ ਬ੍ਰਹਮਚਰਜ ਨੂੰ ਧਾਰਨ ਕੀਤਾ, ਸ਼ਾਦੀ ਨਹੀਂ ਕਰਾਈ, ਇਹ ਉਹਨਾਂ ਦੀਆਂ ਵੱਖ ਵੱਖ ਕਿਸਮਾਂ ਹਨ। ਅਸੀਂ ਦੇਖਦੇ ਹਾਂ, ਕੋਈ ਆਪਣੇ ਆਪ ਨੂੰ ਜੋਗੀ ਅਖਵਾ ਰਿਹਾ, ਕੋਈ ਜਤੀ ਅਖਵਾ ਰਿਹਾ, ਕੋਈ ਤਪੀ ਅਖਵਾ ਰਿਹਾ, ਕੋਈ ਬ੍ਰਹਮਚਾਰੀ ਆ, ਕੋਈ ਗਿਆਨੀ ਅਖਵਾ ਰਿਹਾ, ਕੋਈ ਧਿਆਨੀ ਅਖਵਾ ਰਿਹਾ। ਅੰਤ ਹੀ ਕੋਈ ਨਹੀਂ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬ ਹੂੰ ਰਾਜਾ ਛਤਰਪਤ, ਕਬ ਹੂੰ ਪੇਖਾਰੀ। ਕਦੇ ਰਾਜੇ ਬਣ ਗਏ, ਕਿਸੇ ਪੁੰਨ ਕਰਮ ਕਰਨ ਕਰਕੇ ਰਾਜੇ ਦੀ ਪਦਵੀ ਪ੍ਰਾਪਤ ਹੋ ਗਈ, ਛਤਰਪਤੀ ਬਣ ਗਏ। ਕਬ ਹੂੰ ਪੇਖਾਰੀ, ਤੇ ਕਦੇ ਸ਼ੁਭ ਕਰਮਾਂ ਤੋਂ ਹੀਣੇ ਭਿਖਾਰੀ ਮੰਗਤੇ ਬਣ ਗਏ। ਦਰ ਦਰ ਤੇ ਮੰਗਤੇ ਫਿਰਦੇ, ਰੋਜ਼ ਪੜ੍ਹਦੇ। ਹੇ ਅਕਾਲ ਪੁਰਖ, ਸਭ ਤੇਰੀ ਆਪਣੀ ਖੇਡ ਹੈ। ਕਿਧਰੇ ਤੂੰ ਰਾਜਾ ਹੈ, ਕਿਧਰੇ ਤੂੰ ਮੰਗਤਾ ਹੈ, ਕਿਧਰੇ ਤੂੰ ਭਿਖਾਰੀ। ਇਹ ਸਾਰੀਆਂ ਜੂਨੀਆਂ ਵਿੱਚੋਂ ਅਸੀਂ ਭਟਕ ਭਟਕ ਕੇ ਆਏ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬ ਹੂੰ ਰਾਜਾ ਛਤਰਪਤ, ਕਬ ਹੂੰ ਪੇਖਾਰੀ। ਲਓ ਹੁਣ ਤੀਜੇ ਪਦ ਵਿੱਚ ਭਗਤ ਜੀ ਕਹਿੰਦੇ ਨੇ, ਸਾਖਤ ਮਰੈ ਸੰਤ ਸਭ ਜੀਵੈ। ਹੁਣ ਸਾਖਤ ਕੌਣ ਹੁੰਦੇ ਨੇ? ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਜਿਹੜੇ ਮਾਇਆ ਦੇ ਪੁਜਾਰੀ ਨੇ, ਉਹਨਾਂ ਨੂੰ ਸਾਖਤ ਕਿਹਾ ਜਾਂਦਾ। ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ
ਸਵਾਏ ਮਾਇਆ ਦੇ ਪਸਾਰੇ ਤੋਂ ਹੋਰ ਕੋਈ ਕੰਮ ਕੀਤਾ ਹੀ ਨਹੀਂ। ਕਦੇ ਪਰਮਾਤਮਾ ਦਾ ਨਾਮ ਨਹੀਂ ਲਿਆ, ਕਦੇ ਕੋਈ ਚੰਗਾ ਕੰਮ ਨਹੀਂ ਕੀਤਾ। ਉਹਨਾਂ ਨੂੰ ਸਾਖਤ ਕੀ ਗੁਰਬਾਣੀ ਵਿੱਚ ਵੀ ਬਹੁਤ ਵੇਰਵੇ ਨਾਲ ਸਮਝਾਇਆ। ਸਾਖਤ ਉਹ ਹਨ ਜਿਹੜੇ ਰੱਬ ਤੋਂ ਟੁੱਟੇ ਹੋਏ। ਉਹ ਫਿਰ ਰੱਬ ਤੋਂ ਟੁੱਟੇ ਹੋਏ ਮਨੁੱਖ ਜੰਮਣ ਮਰਨ ਦੇ ਚੱਕਰ 'ਚ ਪੈ ਰਹਿੰਦੇ। ਸਾਖਤ ਮਰੈ ਸੰਤ ਸਭ ਜੀਵੈ। ਹੁਣ ਸਾਖਤਾਂ ਦੇ ਮੁਕਾਬਲੇ ਤੇ ਸੰਤਾਂ। ਸੰਤ ਕੌਣ ਹਨ? ਜਿਹੜੇ ਪਰਮਾਤਮਾ ਦਾ ਨਾਮ ਲੈਂਦੇ। ਇਸੇ ਲਈ ਭਗਤ ਜੀ ਨੇ ਕਿਹਾ ਹੈਗਾ ਕਿ ਐਸੋ ਇਹ ਸੰਸਾਰ ਪੇਖਣਾ ਰਹਿਣ ਕੋ ਪਈਐ ਰੇ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੁਦ ਕਾ ਦਵਈਐ ਰੇ। ਬਾਰੇ ਬੂढ़े ਤरुणे ਭਈਆ ਸਭ ਹੂੰ ਜਮ ਲੈ ਜਈਐ ਰੇ। ਮਾਨੁਸ ਬਪਰਾ ਮੂਸਾ ਕੀ ਨੋ ਮੀਚ ਬਲਈਆ ਖਈਐ ਰੇ। ਧਨਵੰਤਾ ਅਰ ਨਿਰਧਨ ਮਨਈ ਤਾਂ ਕੀ ਕਛੂ ਨ ਕਾਨੀ ਰੇ। ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਸਾਰੇ ਜਗਤ ਦਾ ਵਰਣਨ ਕਰ ਦਿੱਤਾ ਤੇ ਆਖਿਆ ਹਰ ਕੇ ਸੇਵਕ ਜੋ ਹਰ ਭਾਏ। ਜਿਹੜੇ ਹਰੀ ਦੇ ਸੇਵਕ ਨੇ, ਜਿਹੜੇ ਹਰੀ ਨੂੰ ਚੰਗੇ ਲੱਗੇ, ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਥਾ ਆਮ ਲੋਕਾਂ ਨਾਲੋਂ ਵੱਖਰੀ ਹੈ। ਕੀ ਵੱਖਰੀ ਹੈ? ਆਵੇਂ ਨਾ ਜਾਹੇ ਨ ਕਬੂ ਮਰਤੇ ਪਾਰ ਬ੍ਰਹਮ ਚੰਗਾਰੀ ਰੇ। ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਪੈਂਦੇ। ਉਹ ਸਦਾ ਪਰਮਾਤਮਾ ਦਾ ਨਾਮ ਜਪਦੇ। ਸਾਖਤ ਮਰੈ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੈ। ਉਹ ਹਮੇਸ਼ਾ ਹੀ ਰਾਮ ਰਸਾਇਣ, ਉਹ ਪਰਮਾਤਮਾ ਦਾ ਨਾਮ ਜੋ ਰਸਾਇਣ ਹੈ, ਇਹ ਦੋ ਅੱਖਰਾਂ ਦਾ ਜੋੜ ਹੈ, ਰਸ ਆਇਨ। ਆਨ ਦਾ ਮਤਲਬ ਘਰ, ਰਸਾਂ ਦਾ ਘਰ, ਜਿਹਦੇ ਵਿੱਚੋਂ ਸਾਰੇ ਰਸ ਉਪਜਦੇ ਹਨ। ਸੰਤ ਕਿਉਂ ਜੀਂਦੇ ਹਨ ਤੇ ਸਾਖਤ ਕਿਉਂ ਮਰਦੇ ਹਨ? ਉਹ ਦੁਨਿਆਵੀ ਪਦਾਰਥਾਂ ਨਾਲ ਤੇ ਵਿਕਾਰਾਂ ਨਾਲ ਜੁੜੇ ਰਹਿੰਦੇ। ਤੇ ਜਿਹੜੇ ਰੱਬ ਦੇ ਪਿਆਰੇ ਸੰਤ ਨੇ, ਉਹ ਤਾਂ ਹਰ ਵੇਲੇ ਪਰਮਾਤਮਾ ਦੇ ਨਾਮ ਰਸ ਨੂੰ ਪੀਂਦੇ। ਉਹਨਾਂ ਕੋਲ ਹੋਰ ਗੱਲਾਂ ਵਾਸਤੇ ਟਾਈਮ ਹੀ ਨਹੀਂ ਹੈਗਾ। ਹੁਣ ਇਹਦਾ ਨਿਰਣਾ ਆਪਾਂ ਨਹੀਂ ਕਰਨਾ। ਭਗਤਾਂ ਨੇ ਸਮਝਾਇਆ, ਹਰੀ ਭਾਈ ਗੋਬਿੰਦ ਨਾਮ ਮਤ ਬੀਸਰੈ। ਹੇ ਮੇਰੀ ਭੈਣ, ਹੇ ਮੇਰੀ ਵੱਡੀ ਭੈਣ, ਹੇ ਬੀਬੀ, ਹਰੀ ਦਾ ਨਾਮ ਨਾ ਭੁੱਲਣਾ ਕਰ। ਜਿਨ੍ਹਾਂ ਨੇ ਹਰੀ ਦਾ ਨਾਮ ਭੁਲਾਇਆ ਉਹਨਾਂ ਦਾ ਹਾਲ ਕੀ ਹੁੰਦਾ? ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਸਰਪ ਜੋਨ ਵਲ ਵਲ ਅਵਤਰੇ। ਉਹ ਵਾਰ-ਵਾਰ ਸੱਪ ਦੀ ਜੂਨੀ ਵਿੱਚ ਪੈਂਦੇ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਪ੍ਰੇਤ ਜੋਨ ਬਲ ਬਲ ਅਵਤਰੇ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਵਿਸਵਾ ਜੋਨ ਬਲ ਬਲ ਅਵਤਰੇ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਸੂਕਰ ਜੋਨ ਬਲ ਬਲ ਅਵਤਰੇ। ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੇ ਬਸੇ। ਤੋ ਜਿਹੜੇ ਇਹਨਾਂ ਦੁਨਿਆਵੀ ਪਦਾਰਥਾਂ ਵਿੱਚ ਲੱਗ ਗਏ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾ ਦਿੱਤਾ, ਉਹਨਾਂ ਦੀ ਹਾਲਤ ਤੇ ਇਹ ਹੈ ਕਿ ਜਮ ਜਮ ਮਰੇ
मरे फिर जम्मे, बहुत सजाए पया देश लम्मे। साकत मरै संत सब जीवें, हर के सेवक जो हर पाए। हर के सेवक जो हर भाए, तिनकी कथा निरारी रे। आवे न जाहे न कबहू मरते, पार ब्रह्म संगारी रे। पुत्र कलत्र लक्ष्मी माया, यह तजो जी जानी रे। ਇਹ ਜਿਤਨੇ ਸੰਬੰਧ ਨੇ ਇਹਨਾਂ ਨੂੰ ਛੱਡ ਜਾਣਾ, ਔਰ ਇਹਨਾਂ ਦੇ ਮੋਹ ਵਿੱਚ ਜਿਹੜੇ ਫਸੇ ਨੇ ਉਹ ਜੰਮਣ ਮਰਨ ਦੇ ਚੱਕਰ 'ਚ ਪੈ ਗਏ। ਸਾਕਤ ਮਰੈ ਸੰਤ ਸਭ ਜੀਵੈ, ਕਿਉਂਕਿ ਰਾਮ ਰਸਾਇਨ ਰਸਨਾ ਪੀਵੈ। ਕਹੋ ਕਬੀਰ ਪ੍ਰਭ ਕਿਰਪਾ ਕੀਜੈ। ਹੁਣ ਇੱਥੇ ਪ੍ਰਭ ਦਾ ਭੱਬਾ ਮੁਕਤਾ ਹੈ। हे प्रभु कृपा करो, बेनती करते ने कबीर जी। कहो कबीर प्रभ कृपा कीजै। गुरु अर्जन देव पातशाह भी फरमान सुखमनी साहिब दे अंदर, फिरत फिरत प्रभ आया। हम देखो इत्थे प्रभ दा भब्बा मुक्ता है। प्रभु नहीं फिरदा आया, असी फिरते फिरते आए। फिरत फिरत प्रभ आया, परया तो शरनाए। हे प्रभु असी तेरी शरण विच आए। नानक की प्रभ बेनती, अपनी भक्ति लाए। बहुत जन्म बिछड़े थे माधो, ए जन्म तुम्हारे लेखे। कह रविदास आस लग जीवो, चिर भयो दर्शन देखे। तो भगत कबीर जी अखीर विच निर्णय करते, आप अगे लग के बेनती करते, सानू जाच सिखाते। कहो कबीर प्रभ किरपा कीजै। इत्थे फिर प्रभ भब्बा मुक्ता है, संबोधन है, हे प्रभु जी साडे ते किरपा करो। हुण किरपा अखर भी गुरबाणी च दो रूपां विच आउंदा। जे पैर च रारा होवे तो ਉਹਦਾ उच्चारण करना है कृपा, जे पूरा रारा होवे तो ਉਹਦਾ उच्चारण है कृपा। कहो कबीर प्रभ कृपा कीजै, हार परे अब पूरा दीजै। ਅਸੀਂ ਹਾਰ ਗਏ, ਕਈ ਜੂਨੀਆਂ ਵਿੱਚ ਭਟਕ ਭਟਕ ਕੇ ਅਸੀਂ ਹਾਰ ਗਏ। ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਏ। ਹੁਣ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਅਬ ਪੂਰਾ ਦੀਜੈ, ਹੁਣ ਸਾਨੂੰ ਆਪਣਾ ਪੂਰਾ ਪਿਆਰ ਬਖਸ਼ਣਾ ਕਰੋ। ਸਾਡੀ ਭਟਕਣਾ ਮੁੱਕ ਜਾਏ ਔਰ ਅਸੀਂ ਤੁਹਾਡੇ ਚਰਨਾਂ ਵਿੱਚ ਇੱਕ ਮਿੱਕ ਹੋ ਜਾਏ। ਇਹੀ ਗੱਲ ਭਗਤ ਰਵਿਦਾਸ ਜੀ ਨੇ ਕਹੀ, ਇਹੀ ਗੁਰੂ ਪਾਤਸ਼ਾਹ ਕਹਿੰਦੇ ਨੇ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, गोबिंद मिलन किए तेरी बरिया। अवर काज तेरे किते न काम, मिल साध संगत भज केवल नाम। सरंजाम लाग भवजल तरन कै, जन्म वृथा जात रंग माया कै। रहाओ जब तब संयम धर्म न कमाया, सेवा साध न जान्या हर राया। कहो नानक हम नीच कर्मा, शरण परे की राखो शर्मा। कहो कबीर प्रभ कृपा कीजै, हार परे अब पूरा दीजै। ਅਸੀਂ ਹੁਣ ਥੱਕ ਗਏ ਤੇ ਤੁਹਾਡੀ ਸ਼ਰਨ ਵਿੱਚ ਆਏ। ਹੁਣ ਸਾਨੂੰ ਮੁਕੰਮਲਤਾ ਬਖਸ਼ੋ, ਹੁਣ ਸਾਨੂੰ ਆਪਣਾ ਪੂਰਾ ਪਿਆਰ ਬਖਸ਼ੋ, ਤਾਂ ਜੋ ਸਾਡੀ ਜੀਵਨ ਯਾਤਰਾ ਸਫਲ ਹੋ ਜਾਏ ਔਰ ਅਸੀਂ ਤੁਹਾਡੇ ਨਾਲ ਰਲ ਕੇ ਇੱਕ ਮਿੱਕ ਹੋ ਜਾਈਏ। ਤੋ ਸਾਧ ਸੰਗਤ, ਬਾਣੀ ਦੀ ਵਿਚਾਰ ਕੀਤਿਆਂ ਮਨ ਦੀ ਅਵਸਥਾ ਬਦਲਦੀ ਹੈ, ਮਨ ਨੂੰ ਪ੍ਰੇਰਨਾ ਮਿਲਦੀ ਹੈ, ਮਨ ਨੂੰ ਸਿੱਖਿਆ ਮਿਲਦੀ। ਆਓ ਭਗਤ ਜੀ ਦੇ ਇਹਨਾਂ ਸ਼ਬਦਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਅਹਿਸਾਸ ਕਰੀਏ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।